ਸਟਾਰਟ। ਮਹਾਭਾਰਤ ਦੇ ਮਹਾਸਰ 'ਚ ਗੰਡਵਧਾਰੀ ਅਰਜੁਨ ਕੌਰਵਾਂ ਦਾ ਨਾਸ਼ ਕਰ ਰਹੇ ਸਨ ਡੰਡੀ। ਜਿਸ ਪਾਸੇ ਵੀ ਸ਼੍ਰੀ ਕ੍ਰਿਸ਼ਨ ਰੱਥ ਨੂੰ ਘੁਮਾਉਂਦੇ ਸਨ, ਉੱਧਰ ਹੀ ਅਰਜੁਨ ਦੇ ਬਾਣਾਂ ਨਾਲ ਵੱਡੇ ਵੱਡੇ ਮਹਾਰਥੀ ਅਤੇ ਵਿਸ਼ਾਲ ਫੌਜ ਮਾਰੀ ਜਾਂਦੀ ਸੀ ਡੰਡੀ। ਆਚਾਰੀਆ ਦ੍ਰੋਣਾਚਾਰੀਆ ਦੀ ਮੌਤ ਤੋਂ ਬਾਅਦ ਕੌਰਵ ਫੌਜ ਭੱਜ ਖੜੀ ਹੋਈ ਡੰਡੀ। ਇਸੇ ਦਰਮਿਆਨ ਅਚਾਨਕ ਮਹਾਰਿਸ਼ੀ ਵੇਦ ਵਿਆਸ ਜੀ ਸਵੈ ਇੱਛਾ ਨਾਲ ਘੁੰਮਦੇ ਹੋਏ ਅਰਜੁਨ ਦੇ ਕੋਲ ਆ ਗਏ ਡੰਡੀ। ਉਹਨਾਂ ਨੂੰ ਦੇਖ ਕੇ ਜਿਗਿਆਸਾ ਵਸ਼ ਅਰਜੁਨ ਨੇ ਉਹਨਾਂ ਨੂੰ ਪੁੱਛਿਆ, ਮਹਾਂਪੁਰਸ਼ੋ, ਦੁਸ਼ਮਣ ਫੌਜ ਦਾ ਨਾਸ਼ ਜਦੋਂ ਮੈਂ ਆਪਣੇ ਬਾਣਾਂ ਨਾਲ ਕਰ ਰਿਹਾ ਸੀ, ਉਸ ਸਮੇਂ ਮੈਂ ਦੇਖਿਆ ਕਿ ਇੱਕ ਤੇਜਸਵੀ ਮਹਾਂਪੁਰਸ਼ ਹੱਥ 'ਚ ਤ੍ਰਿਸ਼ੂਲ ਲਈ ਸਾਡੇ ਰੱਥ ਦੇ ਅੱਗੇ ਅੱਗੇ ਚੱਲ ਰਹੇ ਸਨ ਡੰਡੀ। ਅਰਜੁਨ ਨੇ ਅੱਗੇ ਜਿਗਿਆਸਾ ਪ੍ਰਗਟ ਕਰਦੇ ਹੋਏ ਕਿਹਾ, ਸੂਰਜ ਦੇ ਸਮਾਨ ਤੇਜਸਵੀ ਉਹਨਾਂ ਮਹਾਂਪੁਰਸ਼ ਦਾ ਪੈਰ ਜ਼ਮੀਨ 'ਤੇ ਨਹੀਂ ਪੈਂਦਾ ਸੀ ਡੰਡੀ। ਤ੍ਰਿਸ਼ੂਲ ਦਾ ਹਮਲਾ ਕਰਦੇ ਹੋਏ ਉਹ ਉਸ ਨੂੰ ਹੱਥੋਂ ਕਦੇ ਨਹੀਂ ਛੱਡਦੇ ਸਨ ਡੰਡੀ। ਉਹਨਾਂ ਦੇ ਤੇਜ ਨਾਲ ਉਸ ਇੱਕ ਹੀ ਤ੍ਰਿਸ਼ੂਲ ਨਾਲ ਹਜ਼ਾਰਾਂ ਨਵੇਂ ਤ੍ਰਿਸ਼ੂਲ ਪ੍ਰਗਟ ਹੋ ਕੇ ਦੁਸ਼ਮਣਾਂ 'ਤੇ ਡਿੱਗਦੇ ਸਨ ਡੰਡੀ। ਉਹਨਾਂ ਨੇ ਸਾਰੇ ਦੁਸ਼ਮਣਾਂ ਨੂੰ ਮਾਰ ਭਜਾਇਆ ਹੈ, ਪਰ ਲੋਕ ਸਮਝਦੇ ਹਨ ਕਿ ਮੈਂ ਹੀ ਉਹਨਾਂ ਨੂੰ ਮਾਰਿਆ ਅਤੇ ਭਜਾਇਆ ਹੈ ਡੰਡੀ। ਭਗਵਾਨ ਮੈਨੂੰ ਦੱਸੋ, ਉਹ ਮਹਾਂਪੁਰਸ਼ ਕੌਣ ਸਨ? ਪ੍ਰਸ਼ਨ ਚਿੰਨ੍ਹ ਪਰਾ। ਕਮੰਡਲ ਅਤੇ ਮਾਲਾ ਧਾਰਨ ਕੀਤੇ ਹੋਏ ਮਹਾਰਿਸ਼ੀ ਵੇਦ ਵਿਆਸ ਨੇ ਸ਼ਾਂਤ ਸੁਭਾਅ ਨਾਲ ਉੱਤਰ ਦਿੱਤਾ, ਪ੍ਰਜਾਪਤੀ 'ਚ ਪਹਿਲੇ ਤੇਜ ਸਰੂਪ ਅੰਤਰਯਾਮੀ ਭਗਵਾਨ ਸ਼ੰਕਰ ਦੇ ਇਲਾਵਾ ਉਸ ਰੋਮਾਂਚਕਾਰੀ ਘੋਰ ਸੰਗਰਾਮ 'ਚ ਅਸ਼ਵਥਾਮਾ, ਕਰਨ ਅਤੇ ਕਿਰਪਾਚਾਰੀਆ ਆਦਿ ਦੇ ਰਹਿੰਦੇ ਹੋਏ ਕੌਰਵ ਫੌਜ ਦਾ ਵਿਨਾਸ਼ ਦੂਸਰਾ ਕੌਣ ਕਰ ਸਕਦਾ ਸੀ ਡੰਡੀ? ਤੁਸੀਂ ਉਹਨਾਂ ਭੁਵਨੇਸ਼ਵਰ ਦੇ ਦਰਸ਼ਨ ਕੀਤੇ ਹਨ ਡੰਡੀ। ਮਹਾਰਿਸ਼ੀ ਵੇਦ ਵਿਆਸ ਬੋਲੇ, ਉਹਨਾਂ ਦੇ ਮਸਤਕ 'ਤੇ ਜਟਾਜੂਟ ਅਤੇ ਸਰੀਰ 'ਤੇ ਵਲਕਰ ਵਸਤਰ ਸ਼ੋਭਾ ਦਿੰਦਾ ਹੈ ਡੰਡੀ। ਸਾਕਸ਼ਤ ਭਗਵਾਨ ਸ਼ੰਕਰ ਹੀ ਉਹ ਤੇਜਸਵੀ ਮਹਾਂਪੁਰਸ਼ ਹਨ ਜੋ ਤੁਹਾਡੇ ਅੱਗੇ ਅੱਗੇ ਚੱਲਿਆ ਕਰਦੇ ਹਨ ਅਤੇ ਜਿਨ੍ਹਾਂ ਦੇ ਹੱਥਾਂ 'ਚ ਤ੍ਰਿਸ਼ੂਲ, ਢਾਲ, ਤਲਵਾਰ ਆਦਿ ਹਥਿਆਰ ਸ਼ੋਭਾ ਦਿੰਦੇ ਹਨ। ਉਹਨਾਂ ਸ਼ਰਨਾਗਤ ਵਤਸਲ ਭਗਵਾਨ ਸ਼ਿਵ ਦੀ ਆਰਾਧਨਾ ਕਰਨੀ ਚਾਹੀਦੀ ਹੈ ਡੰਡੀ। ਸਟਾਰਟ। ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਚਾਰੇ ਪਾਸੇ ਯਾਤਰਾ ਕੀਤੀ ਅਤੇ ਮੱਕਾ ਤੱਕ ਵੀ ਗਏ ਡੰਡੀ। ਇਹਨਾਂ ਯਾਤਰਾਵਾਂ 'ਚ ਉਹਨਾਂ ਦੇ ਪਰਮ ਭਗਤ ਅਤੇ ਸ਼ਰਧਾਲੂ ਬਾਲਾ ਅਤੇ ਮਰਦਾਨਾ ਉਹਨਾਂ ਦੇ ਨਾਲ ਰਹਿੰਦੇ ਸਨ ਡੰਡੀ। ਇਹਨਾਂ ਯਾਤਰਾਵਾਂ 'ਚ ਇੱਕ ਵਾਰ ਉਹ ਇੱਕ ਪਿੰਡ 'ਚ ਗਏ ਜਿੱਥੇ ਸਾਰੇ ਨਰ ਨਾਰੀਆਂ ਅਤੇ ਬੁੱਢੇ ਬੱਚਿਆਂ ਨੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਡੰਡੀ। ਗੁਰੂ ਜੀ ਉਹਨਾਂ ਦੀ
ਸੰਤ ਸੇਵਾ ਅਤੇ ਸ਼ਰਧਾ ਭਾਵ ਤੋਂ ਅਤਿਅੰਤ ਖੁਸ਼ ਹੋਏ ਡੰਡੀ। ਬਾਲਾ ਅਤੇ ਮਰਦਾਨਾ ਵੀ ਖੁਸ਼ ਸਨ ਡੰਡੀ। ਅਗਲੇ ਦਿਨ ਜਦੋਂ ਗੁਰੂ ਜੀ ਉਹਨਾਂ ਦੇ ਨਾਲ ਪਿੰਡ ਤੋਂ ਚੱਲਣ ਲੱਗੇ ਤਾਂ ਸਾਰੇ ਪਿੰਡ ਵਾਸੀ ਉਹਨਾਂ ਨੂੰ ਵਿਦਾ ਕਰਨ ਲਈ ਆਏ ਡੰਡੀ। ਉਸ ਸਮੇਂ ਗੁਰੂ ਨਾਨਕ ਨੇ ਆਸ਼ੀਰਵਾਦ ਦਿੱਤਾ ਕਿ ਤੁਸੀਂ ਲੋਕ ਦੇਸ਼ ਦੇ ਕੋਨੇ-ਕੋਨੇ 'ਚ ਖਿੱਲਰ ਜਾਓ ਡੰਡੀ। ਸਾਰੇ ਵੱਖ-ਵੱਖ ਸਥਾਨਾਂ 'ਤੇ ਜਾ ਕੇ ਰਹੋ ਡੰਡੀ। ਬਾਲਾ ਅਤੇ ਮਰਦਾਨਾ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਆਸ਼ੀਰਵਾਦ, ਪਰ ਮੌਨ ਰਹੇ, ਕੁਝ ਨਹੀਂ ਬੋਲੇ ਡੰਡੀ। ਦੂਸਰੇ ਦਿਨ ਉਹ ਯਾਤਰਾ ਕਰਦੇ ਕਰਦੇ ਇੱਕ ਹੋਰ ਪਿੰਡ 'ਚ ਪਹੁੰਚ ਗਏ ਡੰਡੀ। ਉੱਥੋਂ ਦੇ ਲੋਕ ਬਹੁਤ ਦੁਸ਼ਟ ਸਨ ਡੰਡੀ। ਉਹਨਾਂ ਨੇ ਗੁਰੂ ਜੀ ਦਾ ਕੋਈ ਸਵਾਗਤ ਨਹੀਂ ਕੀਤਾ, ਸਗੋਂ ਪਖੰਡੀ ਅਤੇ ਢੋਂਗੀ ਸਾਧੂ ਕਹਿ ਕੇ ਗਾਲਾਂ ਕੱਢੀਆਂ ਡੰਡੀ। ਨਾ ਕੁਝ ਖਾਣ ਦੇ ਲਈ ਦਿੱਤਾ ਅਤੇ ਨਾ ਹੀ ਰਹਿਣ ਨੂੰ ਕੋਈ ਸਥਾਨ ਦਿੱਤਾ, ਸਗੋਂ ਬੱਚੇ ਉਹਨਾਂ ਨੂੰ ਪੱਥਰ ਮਾਰਨ ਲੱਗੇ ਡੰਡੀ। ਹੁਣ ਰਾਤ ਸੀ, ਇਸ ਲਈ ਉੱਥੇ ਬਿਤਾਉਣਾ ਸੀ ਡੰਡੀ। ਤਾਂ ਤਿੰਨੋਂ ਭੁੱਖੇ ਹੀ ਇੱਕ ਦਰਖਤ ਦੇ ਹੇਠਾਂ ਜ਼ਮੀਨ 'ਤੇ ਸੌਂ ਗਏ ਡੰਡੀ। ਅਗਲੇ ਦਿਨ ਜਦੋਂ ਉੱਥੋਂ ਪ੍ਰਸਥਾਨ ਕਰਨ ਲੱਗੇ ਤਾਂ ਗੁਰੂ ਨਾਨਕ ਨੇ ਚੱਲਦੇ ਸਮੇਂ ਕਿਹਾ, ਭਗਵਾਨ ਕਰੇ ਕਿ ਇਹ ਲੋਕ ਹਮੇਸ਼ਾ ਇਸੇ ਪਿੰਡ 'ਚ ਹੀ ਵਸੇ ਰਹਿਣ, ਹੋਰ ਸਥਾਨ 'ਤੇ ਨਾ ਜਾਣ ਡੰਡੀ ਭਰਾ। ਬਾਲਾ ਅਤੇ ਮਰਦਾਨਾ ਹੈਰਾਨ ਰਹਿ ਗਏ ਡੰਡੀ। ਹੁਣ ਉਹਨਾਂ ਤੋਂ ਨਹੀਂ ਰਿਹਾ ਗਿਆ ਡੰਡੀ। ਦੋਵਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸ਼ਿਕਾਇਤ ਦੇ ਰੂਪ 'ਚ ਕਿਹਾ, ਇਹ ਤੁਸੀਂ ਕੀ ਕਹਿ ਰਹੇ ਹੋ ਡੰਡੀ? ਤੁਸੀਂ ਉਸ ਪਿੰਡ ਦੇ ਸੱਜਣ, ਸ਼ਰਧਾਲੂ ਅਤੇ ਦਇਆਵਾਨ ਲੋਕਾਂ ਨੂੰ ਜਗ੍ਹਾ ਜਗ੍ਹਾ ਭਟਕਣ ਦਾ ਆਸ਼ੀਰਵਾਦ ਦਿੱਤਾ ਅਤੇ ਇਸ ਪਿੰਡ ਦੇ ਦੁਸ਼ਟ, ਅਭੱਦਰ ਅਤੇ ਕਰੂਰ ਲੋਕਾਂ ਨੂੰ ਆਰਾਮ ਨਾਲ ਇਸੇ ਪਿੰਡ 'ਚ ਵਸੇ ਰਹਿਣ ਦਾ ਆਸ਼ੀਰਵਾਦ ਦੇ ਰਹੇ ਹੋ ਡੰਡੀ। ਸਾਡੇ ਤੋਂ ਇਹ ਸਹਿਣ ਨਹੀਂ ਹੋਵੇਗਾ ਡੰਡੀ। ਗੁਰੂ ਨਾਨਕ ਬਹੁਤ ਹੀ ਸ਼ਾਂਤ ਭਾਵ ਨਾਲ ਬੋਲੇ, ਉਹਨਾਂ ਸੱਜਣਾਂ ਦੀ ਦੇਸ਼ 'ਚ ਹੀ ਨਹੀਂ, ਸੰਸਾਰ 'ਚ ਸਭ ਤੋਂ ਵੱਧ ਲੋੜ ਹੈ ਡੰਡੀ। ਜਿੱਥੇ ਵੀ ਜਾਣਗੇ ਸਤ ਕਰਮ ਕਰਨਗੇ ਅਤੇ ਸਦਗੁਣਾਂ ਦਾ ਪ੍ਰਸਾਰ ਕਰਨਗੇ ਡੰਡੀ। ਇਸ ਨਾਲ ਸਮਾਜ ਅਤੇ ਮਨੁੱਖਤਾ ਦਾ ਕਲਿਆਣ ਹੋਵੇਗਾ ਡੰਡੀ। ਦੁਸ਼ਟ ਲੋਕ ਆਪਣੇ ਅਵਗੁਣਾਂ ਅਤੇ ਮਾੜੇ ਕਰਮਾਂ ਨਾਲ ਜਿੱਥੇ ਵੀ ਜਾਣਗੇ ਵਾਤਾਵਰਨ ਨੂੰ ਦੂਸ਼ਿਤ ਕਰਨਗੇ ਡੰਡੀ। ਇਸ ਲਈ ਇਹਨਾਂ ਦੀ ਦੁਰਗੰਧ ਇੱਕ ਹੀ ਸਥਾਨ 'ਤੇ ਸੀਮਤ ਰਹੇ ਤਾਂ ਚੰਗਾ ਡੰਡੀ। ਮੇਰੇ ਪਿਆਰਿਓ, ਇਸ ਰਹੱਸ ਨੂੰ ਸਮਝੋ ਡੰਡੀ। ਬਾਲਾ ਅਤੇ ਮਰਦਾਨਾ ਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋਏ ਅਤੇ ਮਾਫ਼ ਕੀਤਾ ਡੰਡੀ। ਉਦੋਂ ਉਹ ਅਗਲੀ ਯਾਤਰਾ 'ਤੇ ਚੱਲ ਪਏ ਡੰਡੀ। ਮੇਰਾ ਕੋਈ ਦਾਅਵਾ ਨਹੀਂ ਹੈ ਕਿ ਮੈਂ ਦੁਨੀਆ ਨੂੰ ਸੁਧਾਰ ਦੇਵਾਂਗਾ, ਪਰ ਇਹ ਵਾਅਦਾ ਜ਼ਰੂਰ ਹੈ ਕਿ ਮੈਂ ਆਪਣੇ ਵੱਲੋਂ ਦੁਨੀਆ ਨੂੰ ਸੱਚਾ ਮਾਰਗ ਦਿਖਾਉਣ 'ਚ ਕੋਈ ਕਸਰ ਬਾਕੀ ਨਹੀਂ ਰੱਖਾਂਗਾ ਡੰਡੀ। ਮੇਰਾ ਮੰਨਣਾ ਹੈ ਕਿ ਹਨੇਰਾ ਭਾਵੇਂ ਕਿੰਨਾ ਹੀ ਗੂੜਾ ਕਿਉਂ ਨਾ ਹੋਵੇ, ਜੇਕਰ ਤੁਹਾਡੇ ਹੱਥ 'ਚ ਦੀਵਾ ਹੈ ਤਾਂ ਫਿਰ ਹਨੇਰੇ ਤੋਂ ਡਰਨ ਦੀ ਲੋੜ ਨਹੀਂ ਹੈ ਡੰਡੀ। ਅਸਮਾਨ 'ਚ ਵੀ ਸੁਰਾਖ ਹੋ ਸਕਦਾ ਹੈ, ਇੱਕ ਪੱਥਰ ਤਾਂ ਉਛਾਲ ਕੇ ਦੇਖੋ ਡੰਡੀ। ਦਿਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਜ਼ਰੂਰ ਸਫਲ ਹੁੰਦੀਆਂ ਹਨ ਡੰਡੀ। ਧਰਮ ਅਤੇ
ਵਿਗਿਆਨ ਪੂਰਕ ਹਨ ਡੰਡੀ। ਮਨੁੱਖ ਨੂੰ ਗਤੀ ਵਿਗਿਆਨ ਤੋਂ ਮਿਲਦੀ ਹੈ, ਜਦੋਂ ਕਿ ਧਰਮ ਉਸ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ ਡੰਡੀ। ਧਰਮ ਕੋਲ ਦਿਸ਼ਾ ਹੈ ਪਰ ਗਤੀ ਨਹੀਂ ਡੰਡੀ, ਜਦੋਂ ਕਿ ਵਿਗਿਆਨ ਕੋਲ ਗਤੀ ਹੈ ਪਰ ਦਿਸ਼ਾ ਨਹੀਂ ਡੰਡੀ। ਜ਼ਿੰਦਗੀ 'ਚ ਗਤੀ ਨਾ ਹੋਵੇ ਤਾਂ ਖੜੌਤ ਆ ਜਾਵੇਗੀ ਅਤੇ ਦਿਸ਼ਾ ਦੀ ਘਾਟ 'ਚ ਗਤੀਸ਼ੀਲਤਾ ਜ਼ਿੰਦਗੀ 'ਚ ਸੰਕਟ ਕਰ ਦੇਵੇਗੀ ਡੰਡੀ। ਇਸ ਲਈ ਜ਼ਿੰਦਗੀ 'ਚ ਧਰਮ ਅਤੇ ਵਿਗਿਆਨ ਦਾ ਸੰਤੁਲਿਤ ਤਾਲਮੇਲ ਅੱਜ ਵੀ ਸਭ ਤੋਂ ਜ਼ਰੂਰੀ ਲੋੜ ਹੈ ਡੰਡੀ। ਪੈਰਾ। ਸਾਵਧਾਨ, ਤੁਹਾਡਾ 1 ਮਿੰਟ ਦਾ ਗੁੱਸਾ ਪੂਰਾ ਭਵਿੱਖ ਵਿਗਾੜ ਸਕਦਾ ਹੈ ਡੰਡੀ। ਗੁੱਸੇ 'ਚ ਕੋਈ ਅੱਗ ਬਣੇ ਤਾਂ ਤੁਸੀਂ ਪਾਣੀ ਬਣ ਜਾਓ ਡੰਡੀ। ਉਹ ਥੋੜ੍ਹੀ ਦੇਰ ਫੂੰ ਫਾਂ ਕਰਕੇ ਖੁਦ ਬ ਖੁਦ ਢਿੱਲਾ ਪੈ ਜਾਵੇਗਾ ਡੰਡੀ। ਗੁੱਸਾ ਉਮੀਦ ਦੇ ਅਣਡਿੱਠ ਹੋਣ 'ਤੇ ਆਉਂਦਾ ਹੈ ਡੰਡੀ। ਕਿਸੇ ਤੋਂ ਉਮੀਦ ਨਾ ਰੱਖੋ। ਜੇਕਰ ਪਤਨੀ ਕਦੇ ਗੁੱਸੇ 'ਚ ਆ ਕੇ ਪਤੀ ਨੂੰ ਜਾਨਵਰ ਕਹਿ ਦੇਵੇ ਤਾਂ ਬੁਰਾ ਨਹੀਂ ਮੰਨਣਾ, ਸਗੋਂ ਉਸਨੂੰ ਕਹਿਣਾ, ਤੂੰ ਮੇਰੀ ਜਾਨ ਅਤੇ ਮੈਂ ਤੇਰਾ ਵਰ ਡੰਡੀ। ਦੋਵੇਂ ਮਿਲ ਕੇ ਬਣ ਗਏ ਜਾਨਵਰ ਡੰਡੀ। ਪੈਰਾ। ਅੱਜ ਦਾ ਆਦਮੀ ਥਰਮਸ ਦੀ ਤਰ੍ਹਾਂ ਹੋ ਗਿਆ ਹੈ ਡੰਡੀ। ਥਰਮਸ ਬਾਹਰੋਂ ਠੰਡਾ ਅਤੇ ਅੰਦਰੋਂ ਗਰਮ ਹੁੰਦਾ ਹੈ ਡੰਡੀ। ਆਦਮੀ ਕੋਲ ਸਭ ਤਰ੍ਹਾਂ ਦੀਆਂ ਸਹੂਲਤਾਂ ਹਨ ਡੰਡੀ। ਬੰਗਲਾ ਹੈ, ਗੱਡੀ ਹੈ, ਬੈਂਕ ਬੈਲੈਂਸ ਹੈ, ਬੀਵੀ ਬੱਚੇ ਹਨ ਡੰਡੀ। ਗਲੇ 'ਚ ਸੋਨੇ ਦੀ ਚੇਨ ਹੈ, ਫਿਰ ਵੀ ਦਿਮਾਗ ਬੇਚੈਨ ਹੈ ਡੰਡੀ। ਉਹ ਰਹਿੰਦਾ ਏਸੀ 'ਚ ਹੈ ਪਰ ਉਸ ਦੇ ਦਿਮਾਗ 'ਚ ਹੀਟਰ ਲੱਗਾ ਹੋਇਆ ਹੈ ਡੰਡੀ। ਮੇਰਾ ਆਪਣਾ ਮੰਨਣਾ ਹੈ ਕਿ ਆਦਮੀ ਦਿਮਾਗ ਦੀ ਗਰਮੀ ਹਟਾਏ ਅਤੇ ਜ਼ੁਬਾਨ 'ਚ ਨਰਮੀ ਲਿਆਵੇ ਤਾਂ ਪਰਿਵਾਰ 'ਚ ਬੱਲੇ ਬੱਲੇ ਹੋ ਜਾਵੇ ਡੰਡੀ। ਸਟਾਰਟ। 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ 1664 ਈਸਵੀ ਵਿੱਚ ਇਸ ਸਥਾਨ 'ਤੇ ਆਏ ਅਤੇ ਉਹਨਾਂ ਨੇ ਆ ਕੇ ਇਸ ਧਰਤੀ ਨੂੰ ਭਾਗ ਲਾਏ ਡੰਡੀ। ਪਿੰਡ ਘੁੱਕੇਵਾਲੀ ਦੇ 2 ਨਾਮਲੇਵਾ ਸਿੱਖ ਸਨ, ਜਿਨ੍ਹਾਂ ਦਾ ਨਾਂ ਭਾਈ ਮਸਤੂ ਅਤੇ ਭਾਈ ਲਾਲ ਚੰਦ ਸੀ, ਜਿਨ੍ਹਾਂ ਦੇ ਘਰ ਗੁਰੂ ਸਾਹਿਬ ਜੀ ਠਹਿਰੇ ਸੀ ਡੰਡੀ। ਉਸ ਜਗ੍ਹਾ 'ਤੇ ਹੁਣ ਗੁਰਦੁਆਰਾ ਬੌਲੀ ਸਾਹਿਬ ਮੌਜੂਦ ਹੈ ਡੰਡੀ। ਇਸ ਅਸਥਾਨ 'ਤੇ ਆ ਕੇ ਗੁਰੂ ਸਾਹਿਬ ਜੀ ਨੇ 9 ਮਹੀਨੇ 9 ਦਿਨ ਅਤੇ 9 ਘੜੀਆਂ ਤਪ ਕੀਤਾ ਡੰਡੀ। ਜਦ ਕਿ ਇਸ ਸਥਾਨ ਨੂੰ ਪਹਿਲਾਂ ਗੁਰੂ ਕੀ ਰੋਡ ਕਹਿੰਦੇ ਸਨ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਧਰਤੀ 'ਤੇ ਭਗਤੀ ਦਾ ਬਾਗ ਲਾਇਆ ਡੰਡੀ, ਉਦੋਂ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਕਿ ਜਿਹੜਾ ਆਖੂ ਗੁਰੂ ਕਾ ਬਾਗ ਉਹਨੂੰ ਲੱਗਣਗੇ ਦੂਣੇ ਭਾਗ। ਫਿਰ ਇਹ ਅਸਥਾਨ ਗੁਰੂ ਕਾ ਬਾਗ ਵਜੋਂ ਪ੍ਰਸਿੱਧ ਹੋਇਆ ਡੰਡੀ। ਗੁਰੂ ਜੀ ਰੋਜ਼ਾਨਾ ਇੱਥੇ ਇੱਕ ਥੜੇ 'ਤੇ ਬੈਠ ਕੇ ਆਪ ਨਾਮ ਜਪਦੇ ਅਤੇ ਸੰਗਤਾਂ ਨੂੰ ਜਪਾਇਆ ਕਰਦੇ ਸਨ ਡੰਡੀ। ਇਲਾਕੇ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਦਿਦਾਰੇ ਅਤੇ ਗੁਰਬਾਣੀ ਸਰਵਣ ਕਰਕੇ ਅਥਾਹ ਖੁਸ਼ੀਆਂ ਪ੍ਰਾਪਤ ਕਰਦੀਆਂ ਡੰਡੀ। ਜਿੱਥੇ ਗੁਰੂ ਜੀ ਭਜਨ ਬੰਦਗੀ ਕਰਿਆ ਕਰਦੇ ਸਨ, ਉਸ ਜਗ੍ਹਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਦ ਵਿੱਚ
ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ 9ਵੀਂ ਪਾਤਸ਼ਾਹੀ ਸੁਸ਼ੋਭਿਤ ਹੈ। ਡੰਡੀ ਪਾਰਾ। ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ। ਡੰਡੀ। ਇਹ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਕਰੀਬ 25 ਕੁ ਕਿਲੋਮੀਟਰ ਦੂਰ ਕੁੱਕੜਾਂਵਾਲਾ ਤੋਂ ਫਤਿਹਗੜ੍ਹ ਚੂੜੀਆਂ ਰੋਡ ਸੜਕ ਤੋਂ ਕੁਝ ਫਰਲਾਂਗ 'ਤੇ ਸਥਿਤ ਹੈ। ਡੰਡੀ। ਗੁਰਦੁਆਰਾ ਬੌਲੀ ਸਾਹਿਬ ਘੁੱਕੇ ਵਾਲੀ ਗੁਰਦੁਆਰਾ ਗੁਰੂ ਕਾ ਬਾਗ ਦੇ ਨੇੜੇ ਹੀ ਪਿੰਡ ਘੁੱਕੇ ਵਾਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਖੁਦਵਾਇਆ ਖੂਹ ਅੱਜ ਵੀ ਮੌਜੂਦ ਹੈ। ਡੰਡੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਮਾਤਾ ਗੁਜਰੀ ਜੀ ਵੀ ਗੁਰੂ ਜੀ ਦੇ ਨਾਲ ਸਨ ਅਤੇ ਇੱਥੇ ਨੇੜੇ ਹੀ ਪਿੰਡ ਕੁੱਕੇਵਾਲੀ ਵਿਖੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਬਹੁਤ ਵੱਡਾ ਮਾਤਾ ਗੁਜਰੀ ਜੀ ਲੰਗਰ ਹਾਲ ਵੀ ਬਣਾਇਆ ਗਿਆ ਹੈ। ਡੰਡੀ। ਜਦੋਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸੰਨ 1922 'ਚ ਗੁਰੂ ਕਾ ਬਾਗ ਦਾ ਮੋਰਚਾ ਲੱਗਾ ਤਾਂ ਸਿੱਖ ਸੰਗਤਾਂ ਨੇ ਸ਼ਾਂਤਮਈ ਰਹਿ ਕੇ ਅੰਗਰੇਜ਼ਾਂ ਦਾ ਤਸ਼ੱਦਦ ਝੱਲਿਆ ਅਤੇ ਇਸ ਦੌਰਾਨ ਕਈ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸੰਘਰਸ਼ ਕਰਕੇ ਅੰਗਰੇਜ਼ਾਂ ਦੀ ਸ਼ਹਿ ਪ੍ਰਾਪਤ ਮਹੰਤਾਂ ਕੋਲੋਂ ਪੰਜਾਬ ਸਮੇਤ ਪੂਰੇ ਦੇਸ਼ ਦੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ, ਜਿਸ ਉੱਪਰ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ। ਡੰਡੀ। ਸਟਾਰਟ। ਪਿਆਰੇ ਪਾਠਕੋ, ਗੁਰੂ ਜੀ ਦਾ ਆਦੇਸ਼ ਪਾ ਕੇ ਭਾਈ ਦੱਗੋ ਜੀ ਨੇ ਸੋਚਿਆ ਕਿ ਉਹ ਇੱਥੇ ਖੂਹ ਜ਼ਰੂਰ ਬਣਾਵੇਗਾ। ਡੰਡੀ। ਉਸ ਨੇ ਗੁਰੂ ਜੀ ਵੱਲੋਂ ਦਿੱਤੀ ਮਾਇਆ ਨਾਲ ਖੂਹ ਤਾਂ ਬਣਾ ਲਿਆ, ਪਰ ਉਹ ਆਪਣੇ ਖੇਤਾਂ ਵਿੱਚ ਬਣਾਇਆ ਅਤੇ ਆਪਣੇ ਖੇਤਾਂ ਲਈ ਹੀ ਉਸ ਦਾ ਪਾਣੀ ਵਰਤਦਾ ਰਿਹਾ। ਡੰਡੀ। ਇੱਕ ਵਾਰ ਉਹ ਢਾਲ ਭਰਨ ਲਈ ਜਦੋਂ ਦਿੱਲੀ ਗਿਆ ਤਾਂ ਕੁਦਰਤੀ ਹੀ ਰਸਤੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਿਆ। ਡੰਡੀ। ਗੁਰੂ ਤੇਗ ਬਹਾਦਰ ਜੀ ਨੇ ਪੁੱਛਿਆ, ਭਾਈ ਦੱਗੋ, ਜੋ ਦਸਵੰਧ ਦੇ ਪੈਸੇ ਅਸੀਂ ਤੁਹਾਨੂੰ ਦਿੱਤੇ ਸਨ ਉਸ ਨਾਲ ਖੂਹ ਲਵਾ ਦਿੱਤਾ ਹੈ? ਤਾਂ ਭਾਈ ਦੱਗੋ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੇਰੇ ਮਨ ਵਿੱਚ ਮਾਇਆ ਨੂੰ ਵੇਖ ਕੇ ਲਾਲਚ ਆ ਗਿਆ ਸੀ। ਡੰਡੀ। ਇਸ ਲਈ ਉਹ ਪੈਸੇ ਮੈਂ ਆਪਣੇ ਨਿੱਜੀ ਸਵਾਰਥ ਲਈ ਖਰਚ ਲਏ ਹਨ। ਡੰਡੀ। ਉਸ ਨੇ ਗੁਰੂ ਜੀ ਨੂੰ ਦੱਸਿਆ ਕਿ ਉਹਨਾਂ ਵਾਲੇ ਪੈਸਿਆਂ ਨਾਲ ਉਸ ਨੇ ਆਪਣੇ ਲਈ ਇੱਕ ਆਲੀਸ਼ਾਨ ਮਕਾਨ ਬਣਾਇਆ ਹੈ, ਕਿਉਂਕਿ ਉਹ ਸਮਝਦਾ ਹੈ ਕਿ ਉਹ ਵੀ ਗੁਰੂ ਜੀ ਦਾ ਪੁੱਤਰ ਹੀ ਹੈ। ਡੰਡੀ। ਗੁਰੂ ਜੀ ਮੁਸਕਰਾਉਣ ਲੱਗੇ ਅਤੇ ਕਿਹਾ ਕਿ ਗੁਰੂ ਦੇ ਦਸਵੰਧ ਦੀ ਰਾਸ਼ੀ ਨੂੰ ਧਰਮ, ਅਰਥ, ਕੰਮਾਂ 'ਤੇ ਹੀ ਵਰਤਣਾ ਚਾਹੀਦਾ ਹੈ। ਡੰਡੀ। ਦਇਆ ਅਤੇ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਦੱਗੋ ਨੂੰ ਕੁਝ ਹੋਰ ਪੈਸੇ ਦੇ ਕੇ ਕਿਹਾ ਕਿ ਆਪਣੇ ਪਿੰਡ ਧਮਧਾਨ ਵਿਖੇ ਜਾ ਕੇ ਸੰਗਤ ਦੀ ਵਰਤੋਂ ਵਾਸਤੇ ਇੱਕ ਖੂਹ ਲਗਵਾਏ। ਨਾਲ ਹੀ ਗੁਰੂ ਜੀ ਨੇ ਸਖਤ ਤਾਕੀਦ ਕੀਤੀ ਕਿ ਉਹ ਕਦੇ ਵੀ ਆਪਣੇ ਖੇਤਾਂ ਵਿੱਚ ਤੰਬਾਕੂ ਦੀ ਖੇਤੀ ਨਾ ਕਰੇ ਅਤੇ ਨਾ ਹੀ ਆਪਣੇ ਘਰ ਜਾਂ ਖੇਤ ਵਿੱਚ ਕਦੇ
ਤੰਬਾਕੂ ਰੱਖੇ। ਡੈਂਡੀ ਭਾਈ ਦੱਗੋ ਇਹ ਪੈਸੇ ਲੈ ਕੇ ਆਪਣੇ ਪਿੰਡ ਆ ਗਿਆ। ਡੈਂਡੀ ਪਿੰਡ ਆ ਕੇ ਉਹ ਫਿਰ ਗੁਰੂ ਜੀ ਦਾ ਵਚਨ ਭੁੱਲ ਗਿਆ। ਡੈਂਡੀ ਉਸ ਨੇ ਗੁਰੂ ਜੀ ਵੱਲੋਂ ਦਿੱਤੇ ਹੋਏ ਇਹ ਪੈਸੇ ਵੀ ਆਪਣੀ ਆਯਾਸ਼ੀ ਵਿੱਚ ਖਰਚ ਕਰ ਦਿੱਤੇ ਅਤੇ ਫਿਰ ਉਹ ਆਪਣੇ ਖੇਤਾਂ ਵਿੱਚ ਤੰਬਾਕੂ ਦੀ ਖੇਤੀ ਕਰਨ ਲੱਗ ਗਿਆ। ਡੈਂਡੀ ਬਾਅਦ ਵਿੱਚ ਜਦੋਂ ਗੁਰੂ ਜੀ ਦੀ ਵਾਪਸੀ 'ਤੇ ਉਸੇ ਰਸਤੇ ਸੰਮਤ 1732 ਬਿਕਰਮੀ ਨੂੰ ਧਮਧਾਨ ਵਿਖੇ ਆਏ ਤਾਂ ਉਹਨਾਂ ਦੱਗੋ ਬਾਰੇ ਪਤਾ ਕੀਤਾ ਤਾਂ ਲੋਕਾਂ ਨੇ ਦੱਸਿਆ ਕਿ ਦੱਗੋ ਨੇ ਸੰਗਤ ਲਈ ਕੋਈ ਖੂਹ ਨਹੀਂ ਸੀ ਲਗਵਾਇਆ। ਡੈਂਡੀ ਉਹ ਬੁਰੀ ਤਰ੍ਹਾਂ ਹੰਕਾਰਿਆ ਗਿਆ ਸੀ ਅਤੇ ਤੰਬਾਕੂ ਦੀ ਖੇਤੀ ਵੀ ਕਰਦਾ ਰਿਹਾ ਸੀ। ਡੈਂਡੀ ਗੁਰੂ ਜੀ ਨੇ ਦੱਗੋ ਦੀ ਹੁਕਮ ਅਦੁੱਲੀ ਬਾਰੇ ਸੁਣ ਕੇ ਸਹਿਜ ਸੁਭਾਏ ਹੀ ਵਚਨ ਕੀਤੇ। ਡੈਂਡੀ ਦੱਗੋ ਤੇਰੇ ਘਰ ਗਧੇ ਲਿਟਣਗੇ। ਨਾਲ ਹੀ ਗੁਰੂ ਜੀ ਨੇ ਫਰਮਾਇਆ ਜਿੱਥੇ ਕੂਆਂ ਨਾ ਚੱਕ ਉੱਥੇ ਉੱਗਣਗੇ ਅੱਕ। ਡੈਂਡੀ ਸਮਾਂ ਪਾ ਕੇ ਗੁਰੂ ਜੀ ਦੇ ਵਚਨ ਸੱਚ ਹੋਏ ਅਤੇ ਦੱਗੋ ਦਾ ਮਕਾਨ ਅਤੇ ਖੇਤ ਧਰਤੀ ਵਿੱਚ ਨਿੱਘਰ ਗਏ। ਡੈਂਡੀ ਇਹ ਧਰਤੀ ਵਿੱਚ ਧੱਸਿਆ ਹੋਇਆ ਖੂਹ ਵੀ ਉੱਥੇ ਮੌਜੂਦ ਹੈ। ਡੈਂਡੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਸ੍ਰੀ ਸਾਹਿਬ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਹਿਫਾਜ਼ਤ ਨਾਲ ਸੰਭਾਲ ਕੇ ਰੱਖੀ ਹੋਈ ਹੈ। ਡੈਂਡੀ ਦੱਸਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਥਾਂ 'ਤੇ 3 ਮਹੀਨੇ ਲਈ ਠਹਿਰੇ ਅਤੇ ਸਤਸੰਗ ਦਾ ਪ੍ਰਵਾਹ ਚਲਾਇਆ। ਡੈਂਡੀ ਲੋਕਾਂ ਨੂੰ ਸੱਚਾਈ ਦੇ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ। ਡੈਂਡੀ ਸਟਾਰਟ ਇਸ ਥਾਂ ਨਾਲ ਹੀ ਇੱਕ ਸਾਖੀ ਹੋਰ ਜੁੜੀ ਹੋਈ ਹੈ। ਡੈਂਡੀ ਇਹ ਭਾਈ ਰਾਮਦੇਵ ਜੀ ਨਾਲ ਸੰਬੰਧਿਤ ਹੈ। ਡੈਂਡੀ ਇੱਥੇ ਭਾਈ ਰਾਮਦੇਵ ਜੀ ਦੀ ਗੁਰੂ ਸਾਹਿਬ ਜੀ ਨਾਲ ਮੁਲਾਕਾਤ ਹੋਈ। ਡੈਂਡੀ ਭਾਈ ਰਾਮਦੇਵ ਜੀ ਇੱਥੇ ਆਉਣ ਵਾਲੀ ਸੰਗਤ ਨੂੰ ਪਾਣੀ ਪਿਆਉਣ ਅਤੇ ਲੰਗਰ ਲਈ ਪਾਣੀ ਭਰਨ ਦੀ ਸੇਵਾ ਕਰਿਆ ਕਰਦਾ ਸੀ। ਡੈਂਡੀ ਭਾਈ ਰਾਮਦੇਵ ਜੀ ਸੰਗਤਾਂ ਨੂੰ ਗਰਮੀ ਤੋਂ ਬਚਾਉਣ ਲਈ ਆਸ-ਪਾਸ ਪਾਣੀ ਦਾ ਛਿੜਕਾਓ ਵੀ ਕਰਦਾ ਹੁੰਦਾ ਸੀ। ਡੈਂਡੀ ਇੱਕ ਦਿਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਤਾਂ ਭਾਈ ਦੱਗੋ ਜੀ ਨੇ ਸੰਗਤ ਨੂੰ ਗਰਮੀ ਤੋਂ ਰਾਹਤ ਦੇਣ ਲਈ ਇੰਨਾ ਜ਼ਿਆਦਾ ਪਾਣੀ ਛਿੜਕਿਆ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਾਰਿਸ਼ ਹੋ ਕੇ ਹਟੀ ਹੋਵੇ। ਡੈਂਡੀ ਗੁਰੂ ਤੇਗ ਬਹਾਦਰ ਜੀ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਇੰਨਾ ਪਾਣੀ ਵੇਖ ਕੇ ਕਿਹਾ ਕਿ ਇੱਥੇ ਇੰਨਾ ਪਾਣੀ ਕਿਸ ਤਰ੍ਹਾਂ ਆ ਗਿਆ। ਡੈਂਡੀ ਤਾਂ ਸੰਗਤ ਵਿੱਚੋਂ ਕਿਸੇ ਨੇ ਦੱਸਿਆ ਕਿ ਭਾਈ ਰਾਮਦੇਵ ਜੀ ਨੇ ਇੱਥੇ ਪਾਣੀ ਦਾ ਛਿੜਕਾਅ ਕੀਤਾ ਹੈ। ਡੈਂਡੀ ਗੁਰੂ ਸਾਹਿਬ ਨੇ ਭਾਈ ਰਾਮਦੇਵ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਘੁੱਟ ਕੇ ਸੀਨੇ ਨਾਲ ਲਾ ਲਿਆ। ਡੈਂਡੀ ਗੁਰੂ ਜੀ ਨੇ ਕਿਹਾ ਕਿ ਭਾਈ ਰਾਮਦੇਵ ਜੀ ਤੁਸੀਂ ਤਾਂ ਪਾਣੀ ਦਾ ਮੀਂਹ ਹੀ ਵਰ੍ਹਾ ਦਿੱਤਾ ਹੈ। ਡੈਂਡੀ ਇਸ ਕਰਕੇ ਤੁਹਾਡਾ ਨਾਂ ਅੱਜ ਤੋਂ ਭਾਈ ਮੀਹਾਂ ਰੱਖਦੇ ਹਾਂ। ਡੈਂਡੀ ਸਾਰੀ ਸੰਗਤ ਵੀ ਭਾਈ ਰਾਮਦੇਵ ਜੀ ਨੂੰ ਭਾਈ ਮੀਹਾਂ ਜੀ ਦੇ ਨਾਂ ਨਾਲ ਬੁਲਾਉਣ ਲੱਗ ਗਈ। ਡੈਂਡੀ ਗੁਰੂ ਜੀ ਨੇ ਉਹਨਾਂ ਨੂੰ
ਸਿੱਖੀ ਦਾ ਪ੍ਰਚਾਰ ਕਰਨ ਲਈ ਇੱਥੋਂ ਦਾ ਮਹੰਤ ਥਾਪਿਆ। ਡੈਂਡੀ ਪਿਆਰੇ ਪਾਠਕੋ, ਭਾਈ ਮੀਹਾਂ ਜੀ ਇਸ ਸਥਾਨ ਦੇ ਪਹਿਲੇ ਪ੍ਰਬੰਧਕ ਜਾਂ ਮਹੰਤ ਹੋਏ ਹਨ। ਡੈਂਡੀ ਉਹਨਾਂ ਨੇ ਸਮੇਂ-ਸਮੇਂ ਮਾਝਾ, ਮਾਲਵਾ, ਦੁਆਬਾ ਅਤੇ ਸਿੰਧ ਇਲਾਕੇ ਵਿੱਚ ਵੀ ਆਪ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਡੈਂਡੀ ਆਪ ਜੀ ਨੇ ਇਸ ਥਾਂ 'ਤੇ ਗੁਰੂ ਜੀ ਦੇ ਹੁਕਮ ਅਨੁਸਾਰ ਸਭ ਤੋਂ ਪਹਿਲਾਂ ਧਰਮਸ਼ਾਲਾ ਬਣਾਈ ਅਤੇ ਉਸੇ ਥਾਂ 'ਤੇ ਅੱਜ ਕੱਲ੍ਹ ਗੁਰਦੁਆਰਾ ਧਮਧਾਨ ਸਾਹਿਬ ਜੀ ਸਥਿਤ ਹੈ। ਡੈਂਡੀ ਧਮਧਾਨ ਸਾਹਿਬ ਪਹਿਲਾਂ ਪਟਿਆਲਾ ਰਿਆਸਤ ਵਿੱਚ ਸ਼ਾਮਲ ਸੀ ਅਤੇ ਪਟਿਆਲੇ ਦੀ ਇੱਕ ਤਹਿਸੀਲ ਸੁਨਾਮ ਦਾ ਹੀ ਪਿੰਡ ਹੁੰਦਾ ਸੀ। ਡੈਂਡੀ ਅੱਜ ਕੱਲ੍ਹ ਇਹ ਹਰਿਆਣਾ ਸੂਬੇ ਦੇ ਜ਼ਿਲ੍ਹਾ ਜੀਂਦ ਦਾ ਇੱਕ ਪਿੰਡ ਹੈ। ਡੈਂਡੀ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਜੀ ਨੇ ਗੁਰਦੁਆਰਾ ਧਮਧਾਨ ਸਾਹਿਬ ਜੀ ਦੀ ਉਸਾਰੀ ਵੀ ਬਹੁਤ ਸਾਰਾ ਧਨ ਖਰਚ ਕੇ ਨਵੇਂ ਸਿਰਿਓਂ ਕਰਵਾਈ। ਡੈਂਡੀ ਮਹਾਰਾਜਾ ਸਾਹਿਬ ਜੀ ਨੇ ਗੁਰਦੁਆਰਾ ਸਾਹਿਬ ਜੀ ਦੇ ਨਾਂ 680 ਏਕੜ ਜ਼ਮੀਨ ਲਗਵਾਈ ਅਤੇ 3200 ਰੁਪਏ ਦੀ ਸਾਲਾਨਾ ਜਾਗੀਰ ਵੱਖਰੀ ਨਾ ਲਗਵਾਈ। ਡੈਂਡੀ ਇਸ ਅਸਥਾਨ ਦੀ ਮਹਾਨਤਾ ਇਸ ਗੱਲ ਤੋਂ ਵੀ ਪਤਾ ਲੱਗਦੀ ਹੈ ਕਿ ਇਸ ਇਲਾਕੇ ਦੇ ਲੋਕਾਂ ਵਿੱਚ ਇਹ ਵੀ ਮਾਨਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਸ੍ਰੀ ਹਜ਼ੂਰ ਸਾਹਿਬ ਜੀ ਦੀ ਡਿਉਢੀ ਹੋਣ ਦਾ ਵਰਦਾਨ ਦਿੱਤਾ ਹੋਇਆ ਹੈ। ਡੈਂਡੀ ਇੱਧਰ ਦੀਆਂ ਸੰਗਤਾਂ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਇਸ ਅਸਥਾਨ ਦੀ ਯਾਤਰਾ ਕਰਦੀਆਂ ਹਨ ਅਤੇ ਫਿਰ ਸ੍ਰੀ ਹਜ਼ੂਰ ਸਾਹਿਬ ਵੱਲ ਜਾਂਦੀਆਂ ਹਨ। ਡੈਂਡੀ ਇੱਥੇ ਇੱਕ ਹੋਰ ਵਚਿੱਤਰ ਗੱਲ ਇਹ ਹੈ ਕਿ ਇੱਥੇ ਚੜ੍ਹਾਵੇ ਵਜੋਂ ਦੁੱਧ ਬਹੁਤ ਜ਼ਿਆਦਾ ਚੜ੍ਹਦਾ ਹੈ ਪਰ ਦੁੱਧ ਖਰਾਬ ਨਹੀਂ ਹੁੰਦਾ। ਡੈਂਡੀ ਗਰਮੀਆਂ ਦੇ ਦਿਨਾਂ ਵਿੱਚ ਵੀ ਦੁੱਧ ਦੇ ਭਰੇ ਹੋਏ ਡਰਮ ਉਂਝ ਹੀ ਪਏ ਰਹਿੰਦੇ ਹਨ ਅਤੇ ਦਹੀਂ ਨਹੀਂ ਬਣਦਾ। ਡੈਂਡੀ ਇਹ ਪਿੰਡ ਸਾਰਾ ਹੀ ਹਿੰਦੂਆਂ ਦੀ ਆਬਾਦੀ ਵਾਲਾ ਹੈ ਅਤੇ ਜਿਹੜੇ ਸਿੱਖਾਂ ਦੇ ਘਰ ਹਨ ਉਹ ਬਾਹਰੋਂ ਆ ਕੇ ਵਸੇ ਹੋਏ ਹਨ। ਡੈਂਡੀ ਮੱਸਿਆ ਨੂੰ ਸਾਰੇ ਹੀ ਪਿੰਡ ਵਿੱਚ ਦੁੱਧ ਨਹੀਂ ਜਮਾਇਆ ਜਾਂਦਾ ਅਤੇ ਗੁਰਦੁਆਰਾ ਸਾਹਿਬ ਵਿਖੇ ਹੀ ਭੇਜਿਆ ਜਾਂਦਾ ਹੈ। ਡੈਂਡੀ ਗੁਰਦੁਆਰਾ ਸਾਹਿਬ ਜੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਕਾਫੀ ਵੱਡੀ ਸ੍ਰੀ ਸਾਹਿਬ ਤਲਵਾਰ ਰੱਖੀ ਹੋਈ ਹੈ। ਡੈਂਡੀ ਇਸ ਸ੍ਰੀ ਸਾਹਿਬ ਦਾ ਫਲ 2 ਫੁੱਟ 6 ਇੰਚ ਲੰਮਾ ਹੈ ਅਤੇ ਵਿਚਕਾਰੋਂ ਇਹ ਫਲ 1.25 ਇੰਚ ਚੌੜਾ ਹੈ। ਡੈਂਡੀ ਇਸ ਦਾ ਮੁੱਠ ਧਾਰੀਦਾਰ ਸੋਨੇ ਅਤੇ ਚਾਂਦੀ ਦਾ ਬਣਿਆ ਹੋਇਆ ਹੈ। ਡੈਂਡੀ ਇਸ ਤੋਂ ਇਲਾਵਾ ਸਾਹਿਬ ਜੀ ਦਾ ਇੱਕ ਚੋਲਾ ਅਤੇ ਹੋਰ ਕਈ ਪੁਰਾਤਨ ਹਥਿਆਰ ਵੀ ਬਹੁਤ ਹੀ ਸੰਭਾਲ ਕੇ ਰੱਖੇ ਹੋਏ ਹਨ। ਡੈਂਡੀ ਧਮਧਾਨ ਸਾਹਿਬ ਜਾਣ ਲਈ ਪਾਤੜਾਂ, ਸਮਾਣਾ, ਖਨੌਰੀ ਤੋਂ ਗੜੀ ਪਿੰਡ ਰਾਹੀਂ ਹੋ ਕੇ ਪਿੱਪਲਥੇ ਤੋਂ ਹੁੰਦਿਆਂ ਜਾਇਆ ਜਾ ਸਕਦਾ ਹੈ। ਡੈਂਡੀ ਇਸੇ ਤਰ੍ਹਾਂ ਪਾਤੜਾਂ ਤੋਂ ਮੌਲਵੀਵਾਲ ਅੱਡਾ ਹਮੀਰਗੜ੍ਹ ਰਾਹੀਂ ਹੁੰਦਿਆਂ ਪਿੰਡ ਮੰਡਵੀ ਭੂਲਣ ਤੋਂ ਹੋ ਕੇ ਧਮਧਾਨ ਸਾਹਿਬ ਪੁੱਜਿਆ ਜਾ ਸਕਦਾ ਹੈ। ਡੈਂਡੀ